ਫਿਲਹਾਲ ਸਾਡੇ ਨਾਲ ਮਹਿਮਾਨ ਜੁੜੇ ਨੇ ਦੋ ਗੱਲਬਾਤ ਕਰਨ ਦੇ ਲਈ। ਕਾਂਗਰਸ ਪਾਰਟੀ ਤੋਂ ਅਰਸ਼ਪ੍ਰੀਤ ਖੜਿਆਲ जुड़े ने और अकाली दल तो अर्शदीप सिंह कलेर जुड़े ने। दोनों ही अर्श ने। बहुत बहुत स्वागत है कलेर साहब और खड़ियाल साहब दोनों का। नाम दोनों का ही अर्श है। सो गलबात मैं शुरुआत कलेर साहब थोड़े तो करूँगा। ਜ਼ਾਹਿਰ जी गल है खुशी है अज अकाली दल ਦੇ ਵਿੱਚ ਸਮਰਥਕ ਕਾਫੀ ਰਿਲੈਕਸ ਫੀਲ ਕਰ ਰਹੇ ਨੇ, ਖਾਸ ਕਰਕੇ ਉਦੋਂ ਜਦੋਂ ਅਕਾਲੀ ਦਲ ਦੇ ਵਿੱਚ ਸਥਿਤੀ ਥੋੜੀ ਡਾਵਾਡੋਲ ਚੱਲ ਰਹੀ ਹੈ। ਸੋ ਪਹਿਲਾਂ ਥੋੜਾ ਜਿਹਾ ਟੈਕਨੀਕਲੀ ਸਮਝਾ ਦਿਓ ਵੀ ਅੱਜ ਜਿਹੜੇ ਡਿਟੇਲਡ ਆਰਡਰਸ ਨੇ ਉਹ ਪਹੁੰਚ ਚੁੱਕੇ ਨੇ, ਉਦੋਂ ਤੱਕ ਵਿਕਰਮ ਮਜੀਠੀਆ ਬਾਹਰ ਆ ਜਾਣਗੇ। ਵਿਜੇਪਾਲ ਜੀ ਧੰਨਵਾਦ ਤੁਹਾਡਾ। ਡਿਟੇਲ ਆਰਡਰ ਸਾਨੂੰ ਮਿਲ ਚੁੱਕਿਆ ਹੈ ਤੇ ਉਹਨਾਂ ਦੇ ਅਸੀਂ ਬੇਲ ਬੌਂਡਸ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਮੋਹਾਲੀ ਕੋਰਟ ਦੇ ਵਿੱਚ ਇਨੀਸ਼ੀਏਟ ਕਰ ਦਿੱਤੀ ਹੈ ਜੀ। ਮੋਹਾਲੀ ਕੋਰਟ ਦੇ ਆਰਡਰਸ ਆਉਣ ਤੋਂ ਬਾਅਦ ਅਸੀਂ ਪਟਿਆਲੇ ਉਹ ਰਿਲੀਜ਼ ਹੋ ਜਾਣਗੇ। ਪਰ ਜੇ ਤੁਸੀਂ ਅੱਜ ਦੇ ਆਰਡਰਸ ਦੀ ਕਾਪੀ, ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲ ਕਿਸੇ ਨੇ ਸ਼ੇਅਰ ਕੀਤੀ ਹੈ ਜਾਂ ਤੁਹਾਡੇ ਕੋਲ ਸਾਡੇ ਕੋਲ ਹੈ 26 ਪੇਜਾਂ ਦੀ ਕਾਪੀ ਆ ਗਈ ਹੈ। ਕਾਪੀ ਧਿਆਨ ਨਾਲ ਪੜੋਗੇ ਤਾਂ ਤੁਸੀਂ ਆਬਜ਼ਰਵੇਸ਼ਨਸ ਦੇਖੋ ਜਿਸ ਤਰੀਕੇ ਦੀਆਂ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਦਿੱਤੀਆਂ ਨੇ। ਮੋਟੇ ਤੌਰ ਤੇ ਤੁਸੀਂ ਦੱਸ ਦਿਓ। ਹਾਂਜੀ, ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਕੋਲੇ ਕੋਈ ਸਬੂਤ ਨਹੀਂ ਹੈਗਾ ਕਿ ਵਿਕਰਮ ਮਜੀਠੀਆ ਸਾਹਿਬ ਇਸ ਚੀਜ਼ ਵਿੱਚ ਇਨਵੋਲਵ ਸੀਗੇ। ਹੁਣ ਇਹ ਤੋਂ ਟਿੱਪਣੀ, ਇਸ ਤੋਂ ਤਲਖ ਟਿੱਪਣੀ ਹਾਈ ਕੋਰਟ ਸਰਕਾਰ ਦੇ ਉੱਤੇ ਕੀ ਕਰ ਸਕਦਾ। तो इस तो एक गल स्पष्ट होगी कि जो श्रोमणी अकाली दल ने डे 1 तो किया कि ये झूठा पर्चा सिर्फ पॉलिटिकल वेंडेटे तहत सरदार विक्रम सिंह मजीठिया ਨੂੰ ਫਸਾਉਣ ਲਈ ਕਾਂਗਰਸ ਨੇ ਆਪਣੀ ਅਗਲੀਆਂ ਗੱਲਾਂ ਤੇ ਡਿਟੇਲ 'ਚ ਜਾਵਾਂਗੇ। ਸਮੇਂ ਦਾ ਕੋਈ ਚੱਕਰ ਨਹੀਂ ਹੈ। ਜੇ ਮੋٹے ਤੁਸੀਂ ਆਬਜ਼ਰਵੇਸ਼ਨ ਦਾ ਜ਼ਿਕਰ ਕੀਤਾ ਸੀ, ਜੇ ਹੋਰ ਦੱਸ ਸਕੋ ਦੋ ਚਾਰ। ਮੈਂ ਹਾਈ ਕੋਰਟ ਨੇ ਕੱਲੀ ਗੱਲ ਤੇ ਜੀ ਕਿ ਨਾ ਤਾਂ ਕੋਈ ਇਹੋ ਜਿਹਾ ਐਵੀਡੈਂਸ ਹੈ ਕਿ ਜਿਹੜੇ ਪਰਮਿੰਦਰ ਪਿੰਦੀ ਹੋਰ ਜਿਨ੍ਹਾਂ ਦਾ ਜ਼ਿਕਰ ਕਰਦੇ ਨੇ ਕਿ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਉਹਨਾਂ ਨਾਲ ਕੋਈ ਤਾਲੁਕ ਸੀ ਜੀ। ਨਾ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਸਰਕਾਰ ਕੋਈ ਐਸਾ ਐਵੀਡੈਂਸ ਦੇ ਸਕੀ ਤੋ ਇਹ ਪਤਾ ਲੱਗੇ ਕਿ ਦੇ ਵਿੱਚ ਵਿਕਰਮ ਮਜੀਠੀਆ ਇਨਵੋਲਵ ਸੀ। ਹਾਈ ਕੋਰਟ ਤੱਕ ਆਬਜ਼ਰਵੇਸ਼ਨ ਦਿੱਤੀ ਕਿ ਹਾਈ ਕੋਰਟ ਦੀ ਮੋਨੀਟਰਡ ਸਿਟ ਨੇ ਇਹਦੇ ਸਰਵੇਸ਼ ਕੀਤੀ। ਸੋ ਇਹ ਸਾਰੀ ਚੀਜ਼ਾਂ ਤੋਂ ਇਹ ਲੱਗਦਾ ਹੈ ਕਿ ਇੱਕ ਫ੍ਰਿਵਲਸ ਕੇਸ ਉਹਨਾਂ ਦੇ ਆਪਣੀ थोड़े जे सिग्नल दी कुछ प्रॉब्लम आ रही है। कलेर साहब थोड़ा नेटवर्क जे कोशिश करो नेटवर्क च आ जाओ। मैं खड़ियाल साहब तो उन्नी देर एक खड़ियाल साहब तो टिप्पणी ले ला। थोड़े ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ खड़ियाल साहब सोनी लईयां होणगीਆਂ, मैं रिपीट नहीं करूंगा जी। पहली गल तो जी जो लोग बहुत खुशी मना रहे हैं या तो बड़े ऑप्टिमिस्टिक ने, बड़े पॉजिटिव ने, या शायद थोड़ा मोटा भुलेखा लग गया होना। मैं दो तीन चीज़ां स्पष्ट कर देना है जी। पहला तो वो बाइज्जत बरी नहीं होए, ਉਹਨਾਂ ਦੇ ਖਿਲਾਫ ਜਿਹੜਾ ਕੇਸ ਹੈ ਉਹ ਕੁਆਸ਼ ਨਹੀਂ ਹੋਇਆ, ਖਾਰਿਜ ਨਹੀਂ ਹੋਇਆ ਜੀ। ਇਹ ਸਿਰਫ ਬੇਲ ਹੈ ਤੇ ਬੇਲ 6 ਮਹੀਨੇ ਅੰਦਰ ਲਾ ਕੇ ਮਿਲੀ ਹੈ, 6 ਮਹੀਨੇ। ਦੂਜੀ ਗੱਲ ਇਹ ਹੈ ਕਿ ਉਹ NDPS ਕੇਸ ਦੇ ਵਿੱਚ ਬਾਹਰ ਆਏ ਨੇ, ਕੋਈ ਜੰਗ ਜਿੱਤ ਕੇ ਨਹੀਂ ਆਏ। ਤੀਜਾ ਇਹ ਹੈ ਕਿ ਜੇ ਕੇਸ ਕਮਜ਼ੋਰ ਹੁੰਦਾ ਜਿਵੇਂ ਕਲੇਰ ਸਾਹਿਬ ਕਹਿ ਰਹੇ ਹੈ ਤੇ ਉਹ ਅੰਦਰ ਨਾ ਜਾਂਦੇ ਇਨ ਦਾ ਫਰਸਟ ਪਲੇਸ। ਉਹਨਾਂ ਦੀਆਂ ਐਂਟੀਸਿਪੇਟਰੀ ਬੇਲਸ ਲੋਅਰ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਰੈਗੂਲਰ ਬੇਲ, ਕੁਆਸ਼ਿੰਗ ਜਿਹੜੀ ਉਹਨਾਂ ਨੇ ਮੋਹਾਲੀ ਕੋਰਟ ਦੇ ਵਿੱਚ ਲਾਈ ਉਹ ਡਿਸਮਿਸ ਨਾ ਹੁੰਦੀ। ਇਹ ਸਾਰੀਆਂ ਚੀਜ਼ਾਂ ਪਲੀਜ਼ ਨੋਟ ਕਰਿਓ। ਐਂਟੀਸਿਪੇਟਰੀ ਬੇਲਸ, ਰੈਗੂਲਰ ਬੇਲਸ, ਕੁਆਸ਼ਿੰਗ ਲਾਈ ਜਿਹੜੀ ਲੋਅਰ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਵੀ। ਅੱਜ ਕਲੇਰ ਸਾਹਿਬ ਜਿਹੜੀ ਹੁਣੇ ਜ਼ਿਕਰ ਕਰ ਰਹੇ ਸੀ, ਅੱਜ ਕਲੇਰ ਸਾਹਿਬ ਜਿਹੜੇ ਪੁਆਇੰਟ ਦਾ ਜ਼ਿਕਰ ਕਰ ਰਹੇ ਆ, ਜੇ ਮੈਂ ਇੱਕੋ ਆਬਜ਼ਰਵੇਸ਼ਨ ਜਿਹੜੀ ਉਹਨਾਂ ਨੇ ਕੀਤੀ, ਬਾਕੀ ਤੇ ਚਲੋ ਉਸਦੇ ਥੱਲੇ ਅੱਗੇ ਪਾਰਟਸ ਨੇ, ਇੱਕ ਆਬਜ਼ਰਵੇਸ਼ਨ ਕਿ ਉਹਨਾਂ ਨੇ ਕਿਹਾ ਕਿ ਸਰਕਾਰ ਕੋਲੇ ਕੁਝ ਨਹੀਂ ਹੈ ਐਸਾ ਕਿ ਰੱਖਿਆ ਜਾਵੇ। ਮੈਂ ਉਹਦੇ ਵਜ੍ਹਾ ਜਵਾਬ ਦੇ ਰਿਹਾ ਹਾਂ ਜੀ। ਐਂਟੀਸਿਪੇਟਰੀ ਬੇਲਸ, ਰੈਗੂਲਰ ਬੇਲਸ, ਕੁਆਸ਼ਿੰਗ ਤੋਂ ਮੋਹਾਲੀ ਕੋਰਟ ਨੇ ਮਨਾ ਕੀਤਾ, ਫਿਰ ਸੁਪਰੀਮ ਕੋਰਟ ਨੇ ਪਲੀ ਵੀ ਨਹੀਂ ਐਂਟਰਟੇਨ ਕੀਤੀ, ਜਵਾਬ ਦੇਤਾ ਵੀ ਹਾਈ ਕੋਰਟ ਜਾਓ ਤੁਸੀਂ ਥੱਲੇ। ਸੋ ਇਹ ਸਾਈਨਸ ਹੈ, ਇਹ ਸਾਈਨਸ ਹੈ ਆਫ ਅ ਸਟਰੋਂਗ ਕੇਸ। 25, 27A ਤੇ 29 NDPS ਐਕਟ ਲੱਗਿਆ ਹੈ, ਕੇਸ ਪੂਰਾ ਸਟਰੋਂਗ ਹੈ। ਤੇ ਮੈਂ ਇੱਕ ਹੋਰ ਚੀਜ਼ ਬੜੀ ਜ਼ਰੂਰੀ ਮੈਂਸ਼ਨ ਕਰਦਾ ਵੀ ਸਾਡੇ ਰਜੀਮ ਜਦੋਂ ਸਾਡੀ ਸਰਕਾਰ ਸੀ, ਮਜੀਠੀਆ ਸਾਹਿਬ ਅੰਦਰ ਗਏ ਸੀ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਾਹਰ ਆਏ। ਇਹ ਗੱਲ ਨੂੰ ਪਲੀਜ਼ should be taken into consideration। ਕਲੇਰ ਸਾਹਿਬ ਇਹਦੇ ਬਾਰੇ ਵੀ ਦੱਸ ਦਿਓ। ਚਲੋ ਮੈਂ ਕਲੇਰ ਸਾਹਿਬ ਨੂੰ ਪੁੱਛ ਲੈਂਦੇ ਆ। ਆਮ ਆਦਮੀ ਪਾਰਟੀ ਦੇ ਗੈਸਟ ਮੈਂ ਕੋਸ਼ਿਸ਼ ਕਰੂੰਗਾ ਜੋੜਨ ਦੀ। ਮੈਂ ਕੋਈ ਗੱਲ ਨਹੀਂ, ਆਪਾਂ ਬਣੇ ਰਹਿਣਾ ਹੈ। ਖੜਿਆਲ ਸਾਹਿਬ ਐਡੀ ਛੇਤੀ ਨਹੀਂ ਜਾਣਾ। ਕਲੇਰ ਸਾਹਿਬ ਦੱਸਿਓ। ਵਿਜੇ ਜੀ ਦੇਖੋ, ਮੈਂ ਨਾ ਹੈ ਤਾਂ ਮੇਰਾ ਭਰਾ ਹੈ, ਮੈਂ ਪਹਿਲਾਂ ਦੱਸਦਾ ਵੀ ਕੁਆਸ਼ਿੰਗ ਕਦੇ ਡਿਸਟ੍ਰਿਕਟ ਕੋਰਟਾਂ 'ਚ ਨਹੀਂ ਪੈਂਦੀ ਹੁੰਦੀ, ਮੋਹਾਲੀ ਕੋਰਟ 'ਚ ਪ੍ਰੈਕਟਿਸ ਕਰਦੇ ਨੇ। ਹਾਈ ਕੋਰਟ ਦਾ ਇੱਕ ਆਪਣਾ ਡੈਕੋਰਮ ਹੈ। ਪਤਾ ਹੈ ਕਿ ਕੁਆਸ਼ਿੰਗ ਪਟੀਸ਼ਨ ਕੱਲੀ 482 'ਚ
ਹਾਈ ਕੋਰਟ ਪੈਂਦੀ ਹੈ ਤੇ ਮਜੀਠੀਆ ਸਾਹਿਬ ਨੇ ਅੱਜ ਤੱਕ ਕੁਐਸ਼ਿੰਗ ਪਾਈ ਹੋਈ ਨਹੀਂ। ਨੰਬਰ 1 ਇਹਨਾਂ ਨੇ ਪਤਾ ਨਹੀਂ ਕਿੱਥੋਂ ਕੱਢ ਲਿਆ ਕਿ ਕੁਐਸ਼ਿੰਗ ਪਟੀਸ਼ਨ ਡਿਸਮਿਸ ਹੋਈ ਹੈ। ਐਂਟੀਸਪੇਟਰੀ ਬੇਲ ਪਹਿਲਾਂ ਹਾਈ ਕੋਰਟ ਨੇ ਦਿੱਤੀ, ਫਿਰ ਸੁਪਰੀਮ ਕੋਰਟ ਨੇ ਵੀ ਦਿੱਤੀ। ਉਸ ਸਮੇਂ ਵੀ ਇਹਨਾਂ ਤੇ ਇੱਕ ਟਿੱਪਣੀ ਹੋਈ ਸੀ ਕਿ ਮੰਦਭਾਗੀ ਗੱਲ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪੰਜਾਬ 'ਚ ਇਲੈਕਸ਼ਨ ਤੋਂ ਪਹਿਲਾਂ ਇਹੋ ਜਿਹੇ ਪਰਚੇ ਦਿੱਤੇ ਜਾ ਰਹੇ। ਤੀਜੀ ਗੱਲ, ਮੈਂ ਤਾਂ ਕਹੂੰਗਾ ਕਿ ਵਕੀਲ ਨੇ, ਪੜ੍ਹੇ ਲਿਖੇ ਨੇ, ਇਹ ਮੇਰੇ ਨਾਲ ਬੈਸਣ ਤੋਂ ਪਹਿਲਾਂ ਹਾਈ ਕੋਰਟ ਦਾ ਆਰਡਰ ਪੜ੍ਹ ਲੈਣ। ਆਰਡਰ ਦੇ ਵਿੱਚ ਜਿਸ ਤਰੀਕੇ ਦੀਆਂ ਤਲਖ ਟਿੱਪਣੀਆਂ ਸਰਕਾਰਾਂ ਦੇ ਉੱਤੇ ਕੀਤੀਆਂ ਗਈਆਂ ਨੇ, ਔਰ ਹਾਈ ਕੋਰਟ ਹੈਜ਼ ਵੈਂਟ ਟੂ ਐਕਸਟੈਂਟ ਆਫ ਸੇਇੰਗ ਕਿ ਸਰਕਾਰ ਕੋਲੇ ਐਜ਼ ਆਫ ਨਾਓ, ਅੱਜ ਤੱਕ ਜਦੋਂ ਅਸੀਂ ਬਹਿਸ ਸੁਣ ਰਹੇ ਹਾਂ, ਸਰਕਾਰ ਕੋਲੇ ਸਰਦਾਰ ਬਿਕਰਮ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ। ਤਾਂ ਇਸ ਤੋਂ ਕੀ ਸਪਸ਼ਟ ਹੁੰਦਾ ਹੈ? ਹੁਣ ਅਗਰ ਇਹਨੂੰ ਵੀ ਇਹ ਆਪਣੀ ਜਿੱਤ ਸਮਝਦੇ ਨੇ, ਕਿਸੇ ਤੇ ਪੋਲੀਟੀਕਲ ਵੈਂਡੇਟੇ ਦਾ ਪਰਚਾ ਦੇਣ ਨੂੰ ਜਿੱਤ ਸਮਝਦੇ ਨੇ, ਕਿਸੇ ਦੇ ਪੋਲੀਟੀਕਲ ਕਰੀਅਰ ਨੂੰ ਦਾਅ ਤੇ ਲਾਉਣਾ ਜਿੱਤ ਸਮਝਦੇ ਨੇ, ਤਾਂ ਫਿਰ ਅੱਜ ਆਪਣੀ ਹਾਰ ਵੀ ਸਮਝਣ ਕਿ ਦੇਸ਼ ਸੁਪਰੀਮ ਕੋਰਟ ਤੋਂ ਬਾਅਦ ਹੁਣ ਹਾਈ ਕੋਰਟ ਨੇ ਵੀ ਇਹਨਾਂ ਤੇ ਇੱਕ ਸਖਤ ਟਿੱਪਣੀ ਕੀਤੀ ਹੈ, ਜਿਹਦੇ ਚ ਉਹਨਾਂ ਨੇ ਕਿਹਾ ਹੈ ਕਿ ਜੀ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਤਾਣਾ ਬਾਣਾ ਇਹਨਾਂ ਨੇ ਵੈਸੇ ਹੀ ਬੁਣ ਲਿਆ। ਤੁਸੀਂ ਖੜਿਆਲ ਸਾਹਿਬ ਨੇ ਜਿਹੜੀ ਆਮ ਆਦਮੀ ਪਾਰਟੀ ਵਾਲੀ ਗੱਲ ਕੀਤੀ ਉਹਦਾ ਵੀ ਜਵਾਬ ਦਿਓ ਜ਼ਰਾ। ਉਹ ਕਹਿੰਦੇ ਕਾਂਗਰਸ ਚ ਅੰਦਰ ਗਏ ਆ ਤੇ ਆਪ ਚ ਬਾਹਰ ਆ ਗਏ। ਨਹੀਂ ਦੇਖੋ, ਮੈਂ ਇਹ ਗੱਲ ਕਹਿਣਾ ਚਾਹੂੰਗਾ ਜੀ ਕਿ ਅੰਦਰ ਦੇਣਾ ਤਾਂ ਪਰਚਾ ਕਰ ਦਿਓ, ਕਿਸੇ ਨੂੰ ਵੀ ਅੰਦਰ ਦੇ ਦੋਗੇ, ਸਬੂਤ ਤਾਂ ਲਿਆਉਣਾ ਪਊਗਾ ਨਾ। ਜ਼ੋਰ ਤਾਂ ਇਹਨਾਂ ਨੇ ਵੀ ਲਾ ਲਿਆ। ਔਰ ਅੱਜ ਦੇਖੋ ਕੁਦਰਤ ਦਾ ਇਨਸਾਫ ਦੇਖੋ ਕਿ ਜਿਹੜਾ ਬੰਦਾ ਨਵਜੋਤ ਸਿੱਧੂ, ਜਿਹੜਾ ਕਿ ਸਾਰਾ ਤਾਣਾ ਬਾਣਾ ਜਿਹਨੇ ਬੁਣਿਆ, ਅੱਜ ਉਹ ਸਜ਼ਾ ਯਾਫਤਾ ਮੁਲਜ਼ਮ ਦੇ ਤੌਰ ਤੇ ਉਸੇ ਜੇਲ੍ਹ 'ਚ ਬੈਠਾ ਤੇ ਹਾਈ ਕੋਰਟ ਨੇ ਮਜੀਠੀਆ ਸਾਹਿਬ ਨੂੰ ਕੱਲੀ ਜ਼ਮਾਨਤ ਹੀ ਨਹੀਂ ਦਿੱਤੀ, ਹਾਈ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ ਨੇ ਤਲਖ ਪੰਜਾਬ ਸਰਕਾਰ ਤੇ। ਤਾਂ ਮੈਂ ਖੜਿਆਲ ਸਾਹਿਬ ਨੂੰ ਕਹੂੰਗਾ ਕਿ ਆਰਡਰ ਦੀ ਕਾਪੀ ਲੈ ਲੈਣ, ਕਿਉਂਕਿ ਵਕੀਲ ਨੇ ਚੰਗਾ ਨਹੀਂ ਲੱਗਦਾ ਕਿ ਹਾਈ ਕੋਰਟ ਦਾ ਆਰਡਰ ਪੜ੍ਹੇ ਬਿਨਾਂ। ਅੱਜ ਕੱਲ ਤੇ WhatsApp ਤੇ ਕੁਝ ਸੈਕਿੰਡ ਲੱਗਦੇ ਨੇ, ਤੁਸੀਂ ਸੈਂਡ ਕਰ ਦਿਓ, ਨੰਬਰ ਵੀ ਹੋਣਾ ਤੁਹਾਡੇ ਕੋਲ। ਜੀ ਮੇਰਾ ਜਵਾਬ ਲੈ ਲਓ ਜ਼ਰਾ। ਹਾਂਜੀ ਬਿਲਕੁਲ। ਦੀਪ ਜੀ ਹੈ ਤਾਂ ਮੇਰੇ ਕਲੀਗ ਨੇ, ਛੋਟੇ ਵੀਰ ਨੇ, ਦੋ ਤਿੰਨ ਚੀਜ਼ਾਂ ਭੁੱਲ ਗਏ ਕਿ ਪਹਿਲਾਂ ਤਾਂ ਜਿਹੜੀ ਆਬਜ਼ਰਵੇਸ਼ਨ ਹੁੰਦੀ ਆ ਹਾਈ ਕੋਰਟ ਦੀ, ਉਹ ਸਿਰਫ ਓਬਿਟਰ ਡਿਕਟਾ ਤੱਕ ਹੀ ਸੀਮਤ ਹੁੰਦੀ ਹੈ ਤੇ ਇਹਨੂੰ ਪਲੀਜ਼ ਇਹ ਭੁੱਲਣ ਨਾ। ਤੇ ਦੂਜੀ ਗੱਲ, ਮੈਂ ਇਹਨਾਂ ਨੂੰ ਇਹ ਵੀ ਦੱਸਦਾ ਵੀ ਮੇ ਦੇ ਵਿੱਚ ਇਹ ਦੱਸਣ ਵੀ ਸੁਪਰੀਮ ਕੋਰਟ ਗਏ ਸੀ ਕਿ ਨਹੀਂ ਗਏ ਸੀਗੇ, ਜਿੱਥੇ ਰਿਫਿਊਜ਼ ਕੀਤਾ ਉਹਨਾਂ ਨੇ ਪਲੀ ਐਂਟਰਟੇਨ ਕਰਨ ਤੋਂ। ਤੇ ਕਹਿ ਰਹੇ ਮੋਹਾਲੀ ਕੋਰਟ ਦੇ ਵਿੱਚ ਅਸੀਂ ਗਏ ਨਹੀਂ, ਦੱਸੋ ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨ ਲਿਆਏ। ਫੈਬਰਰੀ ਦੇ ਵਿੱਚ ਮੇਰਾ ਜਵਾਬ ਲੈ ਲਓ, ਮੇਰਾ ਜਵਾਬ ਲੈ ਲਓ, ਮੈਂ ਤੁਹਾਡੇ ਟਾਈਮ ਨਹੀਂ ਬੋਲਿਆ। ਪੋਸਟਿੰਗ ਲਈ ਤੁਸੀਂ ਗਏ ਸੀ ਮੋਹਾਲੀ ਕੋਰਟ ਦੇ ਵਿੱਚ ਫੈਬਰਰੀ ਦੇ ਵਿੱਚ, ਟ੍ਰਿਬਿਊਨ ਦੇ ਵਿੱਚ ਅੱਜ ਵੀ ਲਿਖਿਆ ਹੋਇਆ, ਚੈੱਕ ਕਰਕੇ ਦੇਖ ਲਓ। ਦੂਜੀ ਗੱਲ ਨਹੀਂ ਹੋਈ, ਮੇਰਾ ਜਵਾਬ ਲੈ ਲਓ ਕਲੀਅਰ ਸਾਹਿਬ, ਨਹੀਂ ਮੈਂ ਤੁਹਾਡੇ ਟਾਈਮ 'ਚ ਮਜਬੂਰਨ ਲਗਾਤਾਰ ਬੋਲੂੰਗਾ। ਦੂਜੀ ਗੱਲ ਇਹ ਹੈ ਕਿ ਇਹ ਟ੍ਰਿਬਿਊਨ ਚੱਕ ਕੇ ਦੇਖ ਲਓ, ਦੂਜੇ ਪੇਪਰ ਚੱਕ ਕੇ ਦੇਖ ਲਓ, ਕੈਟੇਗੋਰਿਕਲੀ ਕ੍ਰਿਸਟਲ ਕਲੀਅਰਲੀ ਕੋਟਡ ਹੈ ਵੀ ਫੈਬਰਰੀ ਦੇ ਵਿੱਚ ਕੋਚਿੰਗ ਲਈ ਗਏ। ਹਾਲਾਂਕਿ ਲੱਗ ਨਹੀਂ ਸਕਦੀ ਸੀ, ਬਟ ਪਤਾ ਨਹੀਂ ਇਹਨਾਂ ਦਾ ਸਿਸਟਮ ਇਹਨਾਂ ਨੇ ਲਾਤੀ ਹੋਵੇ, ਗਲਤੀ ਕਰਤੀ ਹੋਵੇ, ਇਹਨੂੰ ਪਤਾ ਹੀ ਕੱਖ ਨਹੀਂਗਾ ਵਿਜੇਪਾਲ ਜੀ। ਮੈਂ ਇਹ ਚੀਜ਼ ਔਨ ਦਾ ਬੇਸਿਸ ਆਫ ਫੈਕਟ ਕਹਿ ਰਿਹਾ। ਹੁਣੀ ਮੈਂ ਦਿਖਾ ਸਕਦਾ, ਜਿਆਦਾ ਕਲੀਅਰ ਸਾਹਿਬ ਆਪ ਬਿਆਨ ਵਾਪਸ ਲੈ ਲੈਣ ਜਾਂ ਮੈਂ ਲੈ ਲੂੰਗਾ। ਦੂਜੀ ਗੱਲ ਜਿੱਥੋਂ ਤੱਕ ਆਰਡਰ ਦੀ ਗੱਲ ਹੈ, ਇੱਕ ਸੈਕਿੰਡ ਖੜਿਆਲ ਸਾਹਿਬ, ਤੁਸੀਂ ਇਹ ਕਹਿਣਾ, ਇੱਕ ਸੈਕਿੰਡ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਇਹਨਾਂ ਨੇ ਕੁਐਸ਼ਿੰਗ ਦੀ ਐਪਲੀਕੇਸ਼ਨ ਪਾਈ ਮੋਹਾਲੀ ਕੋਰਟ 'ਚ? ਟ੍ਰਿਬਿਊਨ ਦੇ ਵਿੱਚ ਬੜਾ ਕੈਟੇਗੋਰਿਕਲੀ ਲਿਖਿਆ ਹੋਇਆ ਹੈ। ਤੁਸੀਂ ਟ੍ਰਿਬਿਊਨ ਨੂੰ ਛੱਡੋ ਜੀ, ਰਿਜੈਕਟ ਹੋਈ ਮੋਹਾਲੀ ਕੋਰਟ ਦੇ ਵਿੱਚ ਫੈਬਰਰੀ ਦੇ ਵਿੱਚ। ਮੈਂ ਇਹਨਾਂ ਦੇ ਕੇਸ ਦੀ, ਮੈਂ ਵਿਜੇ ਜੀ ਇਹਨਾਂ ਦਾ ਉਹ ਤਾਂ ਮੈਨੂੰ ਲੱਗਦਾ ਔਨ ਰਿਕਾਰਡ ਹੋਣਾ ਜੀ, ਉਹ ਤੇ ਔਨ ਰਿਕਾਰਡ ਹੋਣਾ। ਜੇ ਇਹਨਾਂ ਨੇ ਪਾਈ ਹੈ ਤਾਂ ਔਨ ਰਿਕਾਰਡ ਹੋਊਗਾ। ਹਾਂ ਦੇਖੋ, ਮੇਰੇ ਦੇ ਇਹਨਾਂ ਨੂੰ ਪੁੱਛੋ ਵੀ ਫੈਬਰਰੀ ਦੇ ਵਿੱਚ ਮੋਹਾਲੀ ਕੋਰਟ ਗਏ ਕਿ ਨਹੀਂ। ਨੰਬਰ 1 ਇਹਨਾਂ ਨੂੰ ਇੰਨਾ ਪੁੱਛ ਲਓ ਮੋਹਾਲੀ ਦੇ ਵਿੱਚ ਫੈਬਰਰੀ ਦੇ ਵਿੱਚ ਗਏ ਆ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ, ਹਾਂ ਜਾਂ ਨਾ। ਦੂਜਾ, ਇਹ ਉੱਥੇ ਸੁਪਰੀਮ ਕੋਰਟ ਦੇ ਵਿੱਚ ਮੇ ਦੇ ਵਿੱਚ ਗਏ ਆ, ਹਾਂ ਜਾਂ ਨਾ। ਤੇ ਤੀਜੀ ਗੱਲ, ਜਿਹੜਾ ਕਹਿ ਰਿਹਾ ਐਂਟੀਸਪੇਟਰੀ ਬੇਲ ਮਿਲੀ ਸੀ, ਮੈਂ ਇਹ ਵੀ ਦੱਸਦਾ, ਮਜੀਠੀਆ ਸਾਹਿਬ ਇਲੈਕਸ਼ਨ ਸਿਰਫ ਤਾਂ ਕੰਟੈਸਟ ਕਰ ਸਕੇ ਸੀਗੇ ਤੇ ਹਾਰੇ ਸੀਗੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਫੈਬਰਰੀ 23 ਤੱਕ ਨਾ ਅਰੈਸਟ ਹੋਵੇ, ਉਹਨੂੰ ਐਂਟੀਸਪੇਟਰੀ ਬੇਲ ਨਾ ਕਹੋ, ਉਹ ਤੋਂ ਬਾਅਦ ਅਰੈਸਟ ਹੋਣੀ ਸੀਗੀ। ਇਲੈਕਸ਼ਨ ਨਾਲ ਦੀ ਨਾਲ ਕੰਟੈਸਟ ਕਰਕੇ ਉਹ ਅੰਦਰ ਗਏ ਸੀ। ਸੋ ਇਹ ਚੀਜ਼ ਭੁੱਲੋ ਨਾ, ਗੁੰਮਰਾਹ ਕਰਨ ਦੀ ਨਾ ਕੋਸ਼ਿਸ਼ ਕਰੋ। ਚੌਥੀ ਗੱਲ, ਜਿਹੜੇ ਆਰਡਰ ਦੀ ਇਹ ਗੱਲ ਕਰ ਰਹੇ ਆ, ਕਲੀਅਰ ਸਾਹਿਬ ਨੇ ਆਰਡਰ ਪੜ੍ਹ ਲਿਆ, ਪਰ ਇਹ ਨਹੀਂ ਪਤਾ ਇਹਨਾਂ ਨੂੰ ਆਰਡਰ ਦੀ ਸਿਗਨੀਫੀਕੈਂਸ ਕੀ ਹੁੰਦੀ ਹੈ, ਕਿੱਥੇ ਕੋਰਟ ਹੋ ਸਕਦਾ, ਕਿੱਥੇ ਇੰਪਲੀਮੈਂਟ ਹੋ ਸਕਦਾ। ਮੈਂ ਮੋਹਾਲੀ ਕੋਰਟ ਨਹੀਂ, ਮੈਂ ਹਾਈ ਕੋਰਟ ਪੰਜਾਬ ਨਾਲ ਤੇ ਸੁਪਰੀਮ ਕੋਰਟ ਪ੍ਰੈਕਟਿਸ ਕਰਦਾ। ਕਲੀਅਰ ਸਾਹਿਬ, ਕਿਸੇ ਨੂੰ ਪੁੱਛ ਲਓ, ਕਿਸੇ ਵਕੀਲ ਨੂੰ, ਐਕਸਪਰਟ ਨੂੰ ਵੀ ਇਹ ਚੀਜ਼ ਨੂੰ ਤੁਸੀਂ ਰੈਫਰ ਕਰ ਸਕਦੇ ਹੋ। ਨਹੀਂ, ਉਹ ਬੇਟਾ ਡਿਕਟਾ ਨੂੰ, ਆਬਜ਼ਰਵੇਸ਼ਨਸ ਨੂੰ ਦੱਸ ਦਿਓ ਕਲੀਅਰ ਸਾਹਿਬ। ਨੂਪੁਰ ਸ਼ਰਮਾ, ਚਲੋ ਦੱਸ ਲੈਣ ਦਿਓ ਨੂਪੁਰ ਸ਼ਰਮਾ ਕੇਸ ਦੇ ਵਿੱਚ ਜਦੋਂ ਆਬਜ਼ਰਵੇਸ਼ਨਸ ਦਿੱਤੀਆਂ ਸੀ ਸੁਪਰੀਮ ਕੋਰਟ ਨੇ, ਕੈਟੇਗੋਰਿਕਲੀ ਇਹ ਚੀਜ਼ ਕਹੀ ਗਈ ਸੀ, ਆਬਜ਼ਰਵੇਸ਼ਨਸ ਆਰ ਨਾਟ ਟੂ ਬੀ ਟੇਕਨ ਇਨਟੂ ਅਕਾਊਂਟ because observations are immaterial to the case। ਪਰ ਜੇ ਆਰਡਰ 'ਚ ਕੋਈ ਗੱਲ ਮੈਂਸ਼ਨ ਕੀਤੀ ਗਈ ਹੈ ਖੜਿਆਲ ਸਾਹਿਬ, ਫਿਰ ਤੇ ਉਹ ਔਨ ਰਿਕਾਰਡ ਆ ਹੀ ਗਈ। ਅਦਰਵਾਈਜ਼ ਆਬਜ਼ਰਵੇਸ਼ਨ ਆਪਾਂ ਅਸੀਂ ਵੀ ਬਹੁਤ ਸਾਲ ਮੈਂ ਕੋਰਟ ਕਵਰ ਕੀਤੀ ਹੈ ਜੀ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਦੇ ਕੇਸ ਦੇ ਵਿੱਚ ਜਦੋਂ ਆਬਜ਼ਰਵੇਸ਼ਨ ਦਿੱਤੀ ਸੀ, ਉਹ ਤੋਂ ਬਾਅਦ ਕੀ ਹੋਇਆ ਸੀਗਾ,
ਇਹ ਚੀਜ਼ ਅੱਗੇ ਆਈ ਸੀ, ਇਹ ਚੀਜ਼ ਕੈਟੇਗੋਰਿਕਲੀ ਕਹੀ ਗਈ ਆਬਜ਼ਰਵੇਸ਼ਨ ਆਰਡਰ ਦੇ ਵਿੱਚ ਲਿਖੀ ਜਾਂਦੀ ਹੈ ਕਿ ਨਹੀਂ? ਆਬਜ਼ਰਵੇਸ਼ਨ ਬਿਲਕੁਲ ਲਿਖੀ ਜਾਂਦੀ ਹੈ ਵਿਜੇਪਾਲ ਜੀ, ਇਹਨੂੰ ਪਤਾ ਹੀ ਹੈ, ਬਿਲਕੁਲ ਲਿਖੀ ਜਾਂਦੀ ਹੈ। ਆਬਜ਼ਰਵੇਸ਼ਨ ਕੇਸ ਦਾ ਕੀ ਬਣੂ, ਉਹਦੇ ਨਾਲ ਤਾਲੁਕਾਤ ਨਹੀਂ ਹੁੰਦਾ ਸਾਹਿਬ। ਆਬਜ਼ਰਵੇਸ਼ਨ ਸਿਰਫ ਇੱਕ ਆਬਜ਼ਰਵੇਸ਼ਨ ਹੁੰਦੀ ਹੈ ਜੱਜ ਸਾਹਿਬ ਦੀ, ਨਥਿੰਗ ਮੋਰ ਦੈਨ ਦੈਟ। ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਤਾਂ ਹੀ ਸਪਸ਼ਟ ਕਰ ਰਿਹਾ। ਨੂਪਰ ਸ਼ਰਮਾ ਕੇਸ ਚੱਕ ਕੇ ਦੇਖ ਲੈਣ, ਚਲੋ ਸਪਸ਼ਟ ਕਰ ਦਿਓ ਕਲੇਰ ਸਾਹਿਬ, ਸਪਸ਼ਟ ਕਰ ਦਿਓ। ਜਿਹੜਾ 2 ਲੱਖ ਦਾ, ਮੈਂ ਇੱਕ ਹੋਰ ਗੱਲ ਕਹਦਾ ਵਿਜੇ ਜੀ, ਜਿਹੜਾ 2 ਲੱਖ ਦਾ ਬੌਂਡ ਦੇਣਾ ਪੈ ਰਿਹਾ ਹੈ, 6 ਮਹੀਨੇ ਲਾਏ, ਇੰਨੀ ਵਾਰੀ ਕੋਸ਼ਿਸ਼ਾਂ ਕਰ ਲਿਆ, ਉਹ ਖਾਰਜ ਹੋ ਗਿਆ। ਇਨਵੈਸਟੀਗੇਟਿੰਗ ਏਜੰਸੀ ਨੇ ਇਹ ਕਹਿਤਾ ਵੀ ਪਾਸਪੋਰਟ ਜਮਾ ਕਰਾ ਦਿਓ, ਕੋਰਟ ਦੀ ਜਾਣਕਾਰੀ ਦੇ ਵਿੱਚ ਰੱਖਣਾ ਪਊਗਾ, ਦੱਸਣਾ ਪਊਗਾ ਬਿਫੋਰ ਗੋਇੰਗ ਅਬਰੋਡ। ਇਹਨੂੰ ਜੇ ਤੁਸੀਂ ਜਿੱਤ ਕਹਿੰਦੇ ਹੋ ਤਾਂ ਮੈਂ ਕਹਿੰਦਾ ਅਕਾਲੀ ਦਲ ਤੇ ਕਲੇਰ ਸਾਹਿਬ ਬੜੇ ਆਪਟਿਮਿਸਟਿਕ ਨੇ, ਤੇ ਸ਼ਾਇਦ ਇਹਨਾਂ ਨੂੰ ਜਲਦੀ ਰਿਐਲਿਟੀ ਚੈੱਕ ਮਿਲੂਗਾ ਜਦੋਂ ਸਜ਼ਾ ਵੀ ਹੋਊਗੀ। ਪੋਲੀਟੀਕਲ ਸਵਾਲ ਤੇ ਵੀ ਜ਼ਰੂਰ ਆਉਣਾ ਹੈ, ਇਹ ਖੜਿਆਲ ਸਾਹਿਬ ਬਣੇ ਰਹਿਣਾ, ਮੈਂ ਪੋਲੀਟੀਕਲ ਸਵਾਲ ਤੇ ਵੀ ਆਉਣਾ ਹੈ। ਕਲੇਰ ਸਾਹਿਬ ਤੋਂ ਇਹਦਾ ਜਵਾਬ ਲੈ ਲਾਂ, ਫਿਰ ਪੋਲੀਟੀਕਲ ਸਵਾਲ ਤੇ ਆਉਣਾ ਹੈ। ਕਲੇਰ ਸਾਹਿਬ। ਵਿਜੇਪਾਲ ਜੀ, ਮੈਂ ਨਾ ਪਹਿਲਾਂ ਖੜਿਆਲ ਸਾਹਿਬ ਨੂੰ ਇੱਕ ਗੱਲ ਦੱਸ ਦਿਆਂ ਕਿ ਜਦੋਂ ਕੋਈ ਕੋਰਟ ਦਾ ਆਰਡਰ PDF ਫਾਈਲ ਹੋ ਕੇ ਹਾਈ ਕੋਰਟ ਦੀ ਵੈਬਸਾਈਟ ਤੇ ਚੜ ਜਾਂਦਾ ਨਾ, ਪਬਲਿਕ ਡਾਕੂਮੈਂਟ ਹੋ ਜਾਂਦਾ। ਤੇ ਜੇ ਅੱਜ ਉਹਦੇ 'ਚ ਇਹਨਾਂ ਦੀ ਸਰਕਾਰ ਨੂੰ ਤੇ ਮੌਜੂਦਾ ਸਰਕਾਰ ਨੂੰ ਭਿਉਂ ਕੇ ਛੱਤਰ ਮਾਰੇ ਗਏ ਨੇ, ਉਸ ਤਰ੍ਹਾਂ ਇਹਨਾਂ ਦੀ ਗੱਲਾਂ ਦੇ ਪਏ ਨੇ, ਸੋ ਇਹ ਯਾਦ ਰੈਫਰ ਕਰ ਸਕਦੇ ਆ, ਨਹੀਂ ਕਰ ਸਕਦੇ। ਬੋਲਣਾ ਨਾ ਜੀ, ਹੁਣ ਵਿੱਚ ਬੋਲਣ ਮੇਰੇ ਟਾਈਮ 'ਚ ਕਲੇਰ ਸਾਹਿਬ ਬੋਲ ਰਹੇ ਸੀ, ਮੈਨੂੰ ਇਹਨਾਂ ਦੱਸ ਦਿਓ ਕਿ ਆਬਜ਼ਰਵੇਸ਼ਨ ਨੂੰ ਕੋਰਟ ਦੇ ਵਿੱਚ ਰੈਫਰ ਕਰ ਸਕਦੇ ਹੋ? ਹਾਂ ਬਿਲਕੁਲ ਕਰ ਸਕਦਾ ਜੀ, ਬਿਲਕੁਲ ਕਰ ਸਕਦਾ। ਮੈਂ ਕਹਿੰਦਾ ਕਲੇਰ ਸਾਹਿਬ ਅਪਡੇਟ ਨਹੀਂ ਹੈਗੇ, ਕਲੇਰ ਸਾਹਿਬ ਅਪਡੇਟ ਨਹੀਂ ਹੈਗੇ, ਕਾਈਂਡਲੀ ਦੇਖ ਲੈਣ ਵੀ ਉਹ ਬੈਟਰ ਆਬਜ਼ਰਵੇਸ਼ਨ ਰੈਫਰ ਹੋ ਸਕਦੀ ਹੈ, ਨਹੀਂ ਹੋ ਸਕਦੀ। ਇਹਨਾਂ ਨੂੰ ਇਹ ਸਮਝਾਓ ਕਿ ਸੀਨੀਅਰ ਜੂਨੀਅਰ ਦੀ ਗੱਲ ਨਹੀਂ ਹੁੰਦੀ, ਪ੍ਰੋਫੈਸ਼ਨ ਦੇ ਵਿੱਚ ਸੀਨੀਅਰ ਜੂਨੀਅਰ ਦੀ ਗੱਲ ਨਹੀਂ ਹੁੰਦੀ। ਇਹ ਮੈਨੂੰ ਕਹਿੰਦੇ ਮੇਰਾ ਜੂਨੀਅਰ ਹੈ ਖੜਿਆਲ ਸਾਹਿਬ ਨੇ, ਜਦੋਂ ਲਾਅ ਮੈਂ ਨਹੀਂ ਜੂਨੀਅਰ ਦਾ ਸ਼ਬਦ ਵਰਤਿਆ। ਉਦੋਂ ਮੈਂ ਪੰਜਾਬ ਰਿਕਾਰਡਿੰਗ ਚੈੱਕ ਕਰ ਲਿਓ, ਮੈਂ ਇੱਕ ਦਫਾ ਵੀ ਨਹੀਂ ਕਿਹਾ। ਉਹਨਾਂ ਨੇ ਕਿਹਾ ਮੇਰੇ ਛੋਟੇ ਵੀਰ ਨੇ, ਜੂਨੀਅਰ ਨਹੀਂ ਕਿਹਾ, ਛੋਟੇ ਵੀਰ ਨੇ, ਏਦਾਂ ਕਿਹਾ। ਸੋ ਇਹ ਉਹ ਤੇ ਉਮਰ ਦੇ ਹਿਸਾਬ ਨਾਲ ਤੁਹਾਡੇ ਤੋਂ 2 ਸਾਲ ਵੱਡੇ ਹੋਣੇ ਆ। ਕੌਣ ਜੀ? ਇਹ ਮੇਰੇ ਤੋਂ ਘੱਟੋ ਘੱਟ 5-7 ਸਾਲ ਛੋਟੇ ਹੀ ਹੋਣੇ ਖੜਿਆਲ ਸਾਹਿਬ। ਨਹੀਂ ਕਲੇਰ ਸਾਹਿਬ ਤੁਸੀਂ ਡਿਬੇਟ ਕਰੋ ਨਾ ਕਿੱਧਰ। ਚਲੋ ਆਪਾਂ ਉਸ ਗੱਲ ਤੇ ਨਹੀਂ ਆਉਂਦੇ। ਦੂਜੀ ਗੱਲ, ਮੈਂ ਵਿਜੇਪਾਲ ਜੀ ਇਹ ਗੱਲ ਕਹਿਣਾ ਕਿ ਕਿਉਂ ਨਹੀਂ ਜਵਾਬ ਦਿੰਦੇ? ਅਗਰ ਅੱਜ ਹਾਈ ਕੋਰਟ ਦੀ ਟਿੱਪਣੀ ਆਈ ਹੈ ਤਾਂ ਕਿਉਂ ਨਹੀਂ ਜਵਾਬ ਦਿੰਦੇ ਕਿ ਸਬੂਤ ਤੋਂ ਬਿਨਾਂ ਵਿਕਰਮ ਮਜੀਠੀਆ ਸਾਹਿਬ ਤੇ ਪਰਚਾ ਦਰਜ ਕੀਤਾ ਗਿਆ? ਅਗਰ ਅੱਜ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਇਸ ਮੈਟਰ 'ਚ ਪਹਿਲਾਂ ਹਾਈ ਕੋਰਟ ਮੋਨੀਟਰਡ ਸਿਟ 3 IG ਸੀ, ਉਹ ਜ਼ਿਕਰ ਹੋਇਆ ਹਾਈ ਕੋਰਟ ਦੇ ਆਰਡਰ 'ਚ ਕਿ 3 IGਆਂ ਦੀ ਹਾਈ ਕੋਰਟ ਮੋਨੀਟਰਡ ਸਿਟ ਦੇ 10 ਚਲਾਨ ਪੇਸ਼ ਕੀਤੇ, ਉਹਨਾਂ 'ਚ ਤਾਂ ਵਿਕਰਮ ਮਜੀਠੀਆ ਦਾ ਜ਼ਿਕਰ ਨਹੀਂ ਹੋਇਆ। ਉਹਦੀ ED ਦੀ ਰਿਪੋਰਟ ਜ਼ਿਕਰ ਹੋਈ ਕਿ ਉਹਦੇ 'ਚ ਜ਼ਿਕਰ ਨਹੀਂ ਹੋਇਆ। ਸੋ ਅੱਜ ਇਹਨਾਂ ਦੀ ਇੰਬੈਰਸਮੈਂਟ ਹੈ, ਇਹ ਤਾਂ ਮੈਂ ਨਾ ਮੰਨੂ ਵਾਲੀ ਗੱਲ ਹੈ। ਇਹ ਤਾਂ ਹੁਣ ਮਤਲਬ ਕਿ ਇਹ ਕਹਿੰਦੇ ਹੁੰਦੇ ਨੇ ਕਿ ਦੁਲਗੀ ਦਾਲ ਅਸਤਾ ਦੋਲ ਕੀ ਖਾਂਦੇ ਆ। ਚਲੋ ਕਲੇਰ ਸਾਹਿਬ ਗੱਲ ਇਹ ਹੈ, ਇਹ ਗੱਲਾਂ ਤਾਂ ਪਹਿਲੇ ਦਿਨ ਤੋਂ ਚੱਲ ਰਹੀਆਂ ਕਿ ਪੋਲੀਟੀਕਲ ਵੈਂਡੈਟਾ ਸੀ। ਇਨਫੈਕਟ ਮੈਂ ਜੇ ਇਸ ਕੇਸ ਨੂੰ ਛੱਡ ਦਿਆਂ ਤਾਂ ਕਈ ਸਾਲਾਂ ਤੋਂ ਮੈਂ ਜਦੋਂ ਦਾ ਰਿਪੋਰਟਿੰਗ ਕਰਦਾ ਆ ਰਿਹਾ ਉਦੋਂ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਵੀ ਪੋਲੀਟੀਕਲ ਵੈਂਡੈਟਾ ਕੀਤਾ ਜਾਂਦਾ। ਪਹਿਲਾਂ ਕਾਂਗਰਸ ਕਹਿੰਦੀ ਸੀ, ਫਿਰ ਹੁਣ ਤੁਸੀਂ ਕਹਿੰਦੇ ਹੋ। ਇਹ ਚੀਜ਼ਾਂ ਚੱਲ, ਇਹ ਮਤਲਬ ਇਹ ਪਾਰਟ ਨੇ ਸਿਆਸਤ ਦਾ, ਪੋਲੀਟਿਕਸ ਦਾ, ਇਸ ਨੂੰ ਤੁਸੀਂ ਵੱਖ ਕਰਕੇ ਨਹੀਂ ਦੇਖ ਸਕਦੇ ਕਦੇ ਵੀ। ਸਵਾਲ ਮੇਰਾ ਇਹ ਹੈ ਇਸ ਵੇਲੇ ਪੋਲੀਟੀਕਲ ਕਿ ਮੈਂ ਮੌਜੂਦਾ ਸਥਿਤੀ ਦੀ ਗੱਲ ਕਰਦਾ ਕਿ ਅੱਜ ਜਿਹੜੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਹੈ, ਜਦੋਂ ਪੈਰਲਲ ਮੀਟਿੰਗਸ ਕੀਤੀਆਂ ਜਾ ਰਹੀਆਂ ਅਕਾਲੀ ਦਲ ਦੇ ਹੀ ਲੀਡਰਾਂ ਵੱਲੋਂ, ਕੋਈ ਦਬੀ ਜ਼ੁਬਾਨ 'ਚ ਕਹਿ ਰਿਹਾ, ਕੋਈ ਥੋੜਾ ਜਿਹਾ ਉਸ ਤੋਂ ਵੱਧ ਜਾ ਕੇ ਕਹਿ ਰਿਹਾ, ਕੋਈ ਹੋਰ ਅੱਗੇ ਜਾ ਕੇ ਕਹਿ ਰਿਹਾ। ਬਾਗੀ ਸੁਰਾਂ ਅਸੀਂ ਮੀਡੀਆ ਦੀ ਭਾਸ਼ਾ ਦੇ ਵਿੱਚ ਉਸ ਨੂੰ ਵਰਤ ਲੈਂਦੇ ਹਾਂ। ਸੋ ਇਸ ਮੌਕੇ ਤੇ ਵਿਕਰਮ ਮਜੀਠੀਆ ਦਾ ਬਾਹਰ ਆਉਣਾ ਤੁਸੀਂ ਕਿਸ ਲਿਹਾਜ਼ ਨਾਲ ਦੇਖਦੇ ਹੋ? ਦੇਖੋ, ਬੜੀ ਸਪਸ਼ਟ ਗੱਲ ਹੈ ਜੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਯੂਥ ਆਈਕਨ ਹੈਗੇ ਨੇ। ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਅਪੀਲ ਹੈ, ਇਹਨੂੰ ਨਕਾਰਿਆ ਨਹੀਂ ਜਾ ਸਕਦਾ। ਔਰ ਸਰਦਾਰ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਦਿੱਗਜ ਚਿਹਰਾ ਨੇ। ਪਰ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਬਗਾਵਤੀ ਸੁਰਾ ਨਹੀਂ, ਡਿਫਰੈਂਸ ਆਫ ਓਪੀਨੀਅਨ ਹੈ। ਜਿਹੜੀ ਮੀਟਿੰਗ ਵੀ ਹੋਈ ਸੀ, ਤੁਸੀਂ ਮੀਟਿੰਗ ਦੇ ਵਿੱਚ ਬਾਹਰ ਆ ਕੇ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਵਿੱਚ ਕੈਟੇਗੋਰੀਕਲੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਪ੍ਰਧਾਨ ਸਾਹਿਬ ਨੂੰ ਮਿਲਾਂਗੇ ਤੇ ਅੱਗੇ ਗੱਲ ਕਰਾਂਗੇ। ਸੋ ਇਹ ਬਗਾਵਤ ਨਹੀਂ ਹੈ। ਨਹੀਂ, ਪਰ ਫਿਰ ਉਸੇ ਦਿਨ ਤੁਹਾਨੂੰ ਅਨੁਸ਼ਾਸਨੀ ਕਮੇਟੀ ਬਣਾਉਣ ਦੀ ਕੀ ਜ਼ਰੂਰਤ ਪਈ? ਵਿਜੇਪਾਲ ਜੀ, ਉਹ ਪਾਰਟੀ ਦੇ ਇੰਟਰਨਲ ਮੈਟਰ ਹੈ। ਠੀਕ ਹੈ, ਅਨੁਸ਼ਾਸਨੀ ਕਮੇਟੀ ਬਣਾਈ ਹੈ ਔਰ ਇਹ ਬਿਲਕੁਲ ਬਣਨੀ ਵੀ ਚਾਹੀਦੀ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੋਣ ਦੇ ਨਾਤੇ ਇਸ ਗੱਲ ਨੂੰ ਐਂਡੋਰਸ ਕਰਦਾ ਕਿ ਪਾਰਟੀਆਂ ਦੇ ਵਿੱਚ ਡਿਸਿਪਲਿਨ ਹੋਣਾ ਚਾਹੀਦਾ। ਅਗਰ ਕੋਈ ਡਿਸਿਪਲਿਨ ਭੰਗ ਕਰਦਾ ਤੇ ਉਹਦੇ ਤੇ ਕਾਰਵਾਈ ਵੀ ਜ਼ਰੂਰ ਹੋਣੀ ਚਾਹੀਦੀ ਹੈ। ਪਰ ਅੱਜ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਬਾਹਰ ਆਉਣਾ, ਦੇਖੋ ਇਹ 2 ਚੀਜ਼ਾਂ ਸਪਸ਼ਟ ਕਰਦਾ ਹੈ। ਪਹਿਲੀ ਗੱਲ ਤਾਂ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨੋ ਡਾਊਟ ਬਲ ਮਿਲੇਗਾ ਕਿਉਂਕਿ ਇੱਕ ਮਜ਼ਬੂਤ ਥੰਮ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ। ਦੂਜੀ ਗੱਲ ਇਹਦੇ 'ਚ ਬੜੀ ਸਪਸ਼ਟ ਹੈ ਕਿ ਜੋ ਸਰਕਾਰਾਂ ਨੇ ਉਸ ਸਮੇਂ ਧੱਕਾ ਕੀਤਾ, ਅੱਜ ਉਹ ਹਾਈ ਕੋਰਟ ਨੇ ਨੰਗਾ ਕਰਤਾ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਕਬੂਲਣ 'ਚ ਕੀ ਬੁਰਾਈ ਹੈ। ਅੱਜ ਅਰਸ਼ਪ੍ਰੀਤ ਖੜਿਆਲ ਜੀ ਜਿਹੜੇ ਕਿ ਪ੍ਰੋਫੈਸ਼ਨ 'ਚ ਆਏ ਹੋਏ ਨੇ, ਇਹ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਜਜਮੈਂਟ ਨੂੰ ਅਗਰ ਚੈਲੰਜ ਕਰਨ ਚੈਨਲ ਦੇ ਉੱਤੇ ਬਹਿ ਕੇ, ਇਹ ਕਹਿਣ ਕਿ ਨਹੀਂ ਜੀ ਇਹ ਜਜਮੈਂਟ ਏਦਾਂ ਨਹੀਂ, ਮੁਸਕਰਾ ਰਹੇ ਨੇ ਉਹ।
ਖੜਿਆਲ ਸਾਹਿਬ ਚਲੋ ਤੁਸੀਂ ਇਹਦਾ ਜਵਾਬ ਦੇ ਦਿਓ। ਦੇਖੋ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਜਿਹੜੀ ਤੁਸੀਂ ਖੁਸ਼ੀ ਦੀ ਗੱਲ ਕਰ ਰਹੇ ਸੀ ਨਾ, ਜਿਹੜਾ ਉਤਸ਼ਾਹ ਦੀ ਗੱਲ ਕਰ ਰਹੇ ਸੀ, ਉਹ ਪਾਰਟੀ ਦੀ ਇਸ ਵੇਲੇ ਜਿਹੜੀ ਸਥਿਤੀ ਹੈ ਔਰ ਉਸ ਮੌਕੇ ਤੇ ਜਦੋਂ ਲੱਗਦਾ ਹੋਵੇ ਕਿ ਆਹ ਬੰਦਾ ਆ ਕੇ ਇਸ ਦੇ ਵਿੱਚ ਕੁਝ ਬਦਲਾਵ ਕਰ ਸਕਦਾ ਹੈ ਜਾਂ ਪਾਰਟੀ ਨੂੰ ਉਭਾਰ ਸਕਦਾ ਹੈ, ਉਹ ਖੁਸ਼ੀ ਉਸ ਲਿਹਾਜ਼ ਤੋਂ ਵੀ ਨਿਕਲ ਰਹੀ ਹੁੰਦੀ ਹੈ ਜੇ ਟੈਕਨੀਕਲ ਗੱਲਾਂ ਨੂੰ ਆਪਾਂ ਛੱਡ ਦਈਏ ਤਾਂ। ਖੜਿਆਲ ਸਾਹਿਬ ਤੁਹਾਡੀ ਵੌਇਸ ਕ੍ਰੈਕ ਹੋ ਰਹੀ ਹੈ, ਕੁਝ ਕਾਈਂਡਲੀ ਸ਼ਾਇਦ ਸਿਗਨਲ ਦਾ ਪ੍ਰੋਬਲਮ ਨਾ ਹੋਵੇ ਥੋੜੀ। ਖੜਿਆਲ ਸਾਹਿਬ ਮੇਰੀ ਆਵਾਜ਼ ਮਿਲ ਜੀ ਆ ਰਹੀ ਹੈ? ਹਾਂ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ, ਥੋੜੀ ਵੌਇਸ ਕ੍ਰੈਕ ਹੋ ਰਹੀ ਸੀ ਹੁਣ ਜੀ। ਬਰਾੜ ਸਾਹਿਬ ਮੈਂ ਪਹਿਲਾਂ ਤਾਂ ਇਹ ਕਹਿ ਰਿਹਾ ਸੀਗਾ ਕਿ ਆਬਜ਼ਰਵੇਸ਼ਨ ਦੀ ਜਿਹਦੀ ਕਲੇਰ ਸਾਹਿਬ ਗੱਲ ਕਰ ਰਹੇ ਹੈ, ਇਹ ਪਲੀਜ਼ ਨੂਪੁਰ ਸ਼ਰਮਾ ਦਾ ਕੇਸ ਚੱਕਣ। ਮੈਂ ਰੀਟਰੇਟ ਕਰ ਰਿਹਾ ਦੂਜੀ ਵਾਰੀ ਕਿਉਂਕਿ ਇਹ ਨਹੀਂ ਸਮਝੇ। ਉਹ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਆਬਜ਼ਰਵੇਸ਼ਨ ਦਿੱਤੀਆਂ ਸੀਗੀਆਂ, ਸੁਪਰੀਮ ਕੋਰਟ ਨੇ ਉਹ ਆਬਜ਼ਰਵੇਸ਼ਨਸ ਨੂੰ ਫਿਰ ਸੁਪਰੀਮ ਕੋਰਟ ਨੇ ਬੇਸਿਕਲੀ ਉਹਦੇ ਉੱਤੇ ਇੱਕ ਟਿੱਪਣੀ ਵੀ ਦਿੱਤੀ ਸੀਗੀ ਤੇ ਹਾਈ ਕੋਰਟ ਜੱਜਸ, ਰਿਟਾਇਰਡ ਸੁਪਰੀਮ ਕੋਰਟ ਜੱਜਸ, ਬਿਊਰੋਕਰੈਟ, ਮਿਨਿਸਟਰਸ ਸਭ ਨੇ ਟਿੱਪਣੀ ਦਿੱਤੀ ਸੀ। ਉਹਨੂੰ ਕਾਈਂਡਲੀ ਜਾ ਕੇ ਪੜ੍ਹ ਲੈਣ, ਦੇਖ ਲੈਣ ਕਿ ਆਬਜ਼ਰਵੇਸ਼ਨ ਨੂੰ ਰੈਫਰ ਕੀਤਾ ਜਾ ਸਕਦਾ ਹੈ ਜਾਂ ਨਹੀਂ ਰੈਫਰ ਕੀਤਾ ਜਾ ਸਕਦਾ। ਦੂਜੀ ਗੱਲ ਜਿਹੜਾ ਮਜੀਠੀਆ ਸਾਹਿਬ ਹੁਣ ਜਿਵੇਂ ਬਾਹਰ ਆ ਗਏ ਨੇ, ਪਹਿਲਾਂ ਤਾਂ ਇੱਕ ਅੱਛਾ ਸਰਪ੍ਰਾਈਜ਼ ਵੀ ਉਹਨਾਂ ਨੂੰ ਮਿਲੂਗਾ ਤੇ ਮੈਂ ਕਲੇਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਮਜੀਠੀਆ ਸਾਹਿਬ ਦੇ ਵਾਪਸ ਆਉਣ ਨਾਲ ਕੀ ਤੁਹਾਡੀ ਪਾਰਟੀ ਰਿਵਾਈਵ ਹੋ ਜੂ? ਅਕਾਲੀ ਦਲ ਨੇ ਇੱਕ ਟਾਈਮ ਸੀਗਾ ਜਦੋਂ ਕਿਹਾ ਸੀਗਾ ਵੀ ਜਿਹੜਾ ਬੇਅਦਬੀ ਮਾਮਲੇ ਦੇ ਵਿੱਚ ਕੋਈ ਗਲਤ ਚੀਜ਼ ਕਰਦਾ ਉਹਦਾ ਕੱਖ ਨਾ ਰਵੇ। ਅੱਜ ਅਕਾਲੀ ਦਲ ਦੀ ਸਭ ਨੂੰ ਪਤਾ ਹੈ ਵੀ ਕਿੰਨੀਆਂ ਸੀਟਾਂ। ਅਕਾਲੀ ਦਲ ਦੇ ਵਿੱਚ ਇਹ ਡਿਫਰੈਂਸ ਆਫ ਓਪੀਨੀਅਨ ਕਹਿ ਰਿਹਾ ਪਰ ਸਭ ਨੂੰ ਪਤਾ ਕੀ ਹੈ। ਅਕਾਲੀ ਦਲ ਦੇ ਵਿੱਚ ਕਮੇਟੀਆਂ ਬਣ ਰਹੀਆਂ, ਬਾਡੀਜ਼ ਡਿਸੋਲਵ ਹੋ ਰਹੀਆਂ, ਉੱਥੇ ਜਿਹੜਾ ਬੇਸਿਕਲੀ ਰਿਵੋਲਟ ਸ਼ੁਰੂ ਹੋ ਚੁੱਕਿਆ ਹੈ, ਖਿੰਡ ਚੁੱਕੀ ਹੈ ਪਾਰਟੀ। ਇਹ ਚੀਜ਼ ਸਭ ਨੂੰ ਪਤਾ ਹੈ। ਸੋ ਮਜੀਠੀਆ ਸਾਹਿਬ ਆਉਣ ਚਾਹੇ ਨਾ ਆਉਣ ਉਹ ਇਮਟੀਰੀਅਲ ਹੈ। ਅਕਾਲੀ ਦਲ ਖਤਮ ਸੀ, ਖਤਮ ਹੈ ਤੇ ਖਤਮ ਰਹੂਗਾ ਕਿਉਂਕਿ ਇਹਨਾਂ ਨੇ ਆਪਦੇ ਪੋਲੀਟੀਕਲ ਵਿਜੇਪਾਲ ਜੀ ਜਵਾਬ ਕਲੀਅਰ ਸਾਹਿਬ ਜਵਾਬ ਦੇ ਦਿਓ ਫਿਰ ਮੈਂ ਵਾਈਂਡ ਅਪ ਕਰਨਾ ਜਵਾਬ ਦੇ ਦਿਓ। ਵਿਜੇਪਾਲ ਜੀ ਇਹਨਾਂ ਨੂੰ ਪਤਾ ਨਹੀਂ ਖੜਿਆਲ ਸਾਹਿਬ ਨਾ ਦੇਖੋ ਪਹਿਲੀ ਗੱਲ ਤਾਂ ਲੀਗਲੀ ਤਾਂ ਲੀਗਲ ਗੱਲ ਕਰਨ, ਹੁਣ ਪੋਲੀਟੀਕਲ ਗੱਲ ਛੇੜੀ ਹੈ ਤਾਂ ਮੇਰੇ ਤੋਂ ਜਵਾਬ ਸੁਣ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਚ ਤਾਂ ਡਿਫਰੈਂਸ ਆਫ ਓਪੀਨੀਅਨ ਹੈ, ਕਿਸੇ ਦਾ ਅੱਡ ਵਿਊ ਹੋ ਸਕਦਾ ਹੈ। ਇਹਨਾਂ ਦੀ ਪਾਰਟੀ ਦੇ ਤਾਂ ਸਾਬਕਾ ਪ੍ਰਧਾਨ ਜਾਖੜ ਸਾਹਿਬ ਛੱਡ ਕੇ ਚਲੇ ਗਏ, ਮੰਤਰੀ ਬਲਬੀਰ ਸਿੱਧੂ, ਕਾਂਗੜ, ਸ਼ਾਮ ਸੁੰਦਰ ਅਰੋੜਾ ਮੰਤਰੀ ਛੱਡ ਕੇ ਚਲੇ ਗਏ। ਇਹਨਾਂ ਦੀ ਅੱਧੀ ਤੋਂ ਵੱਧ ਪਾਰਟੀ ਬੀਜੇਪੀ 'ਚ ਸ਼ਾਮਲ ਹੋ ਚੁੱਕੀ ਹੈ। ਰਾਜਾ ਵੜਿੰਗ ਦੀ ਪ੍ਰਧਾਨਗੀ ਚੱਲ ਨਹੀਂ ਰਹੀ। ਸੋ ਇਹ ਤਾਂ ਇਹੋ ਜਿਹੀਆਂ ਗੱਲਾਂ ਨਾ ਹੀ ਕਰਨ ਤਾਂ ਚੰਗਾ ਲੱਗਦਾ। ਪਾਰਟੀ ਦੇ ਇੰਟਰਨਲ ਮੈਟਰ ਹੁੰਦੇ ਨੇ, ਆਪਣੀ ਪਾਰਟੀ ਕਨੀ ਦੇਖਣ, ਅਸੀਂ ਆਪਣੀ ਪਾਰਟੀ ਕਨੀ ਆਪ ਦੇਖ ਲਾਂਗੇ। ਬਟ ਮੈਂ ਫਿਰ ਦੁਬਾਰਾ ਕਹੂੰਗਾ ਕਿ ਵਕੀਲ ਨੇ ਚੈਨਲ ਤੇ ਬੈਠਣ ਤੋਂ ਪਹਿਲਾਂ ਹਾਈ ਕੋਰਟ ਦਾ ਆਰਡਰ ਪੜ੍ਹਨ ਔਰ ਉਹਦੇ ਤੇ ਬੇਵਜ੍ਹਾ ਟਿੱਪਣੀ ਨਾ ਕਰਨ। ਇਹ ਵਕੀਲ ਹੋ ਕੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਆਰਡਰ ਤੇ ਟਿੱਪਣੀ ਕਰਦੇ ਸ਼ੋਭਾ ਨਹੀਂ। ਚਲੋ ਆਪਾਂ ਹੱਥ ਨੇ ਫਿਰ ਜੁੜ ਜਾਗੇ। ਮੈਂ ਦੱਸਦਾ ਇਹਨਾਂ ਨੂੰ ਇਹ ਅਪਡੇਟ ਨਹੀਂ ਹੈਗੇ ਕਲੀਅਰ ਸਾਹਿਬ। ਮੈਂ ਫਿਰ ਕਹਿੰਦਾ ਵੀ ਸੁਪਰੀਮ ਕੋਰਟ ਦੇ ਆਰਡਰ ਨੂੰ ਪੜ੍ਹਨ। ਇਸ ਆਬਜ਼ਰਵੇਸ਼ਨ ਬਾਰੇ ਵੀ ਆਬਜ਼ਰਵੇਸ਼ਨ ਰੈਫਰ ਹੋ ਸਕਦੀ ਨਹੀਂ ਹੋ ਸਕਦੀ, ਇਹ ਕਰੈਕਟ ਹੋ ਜਾਣਗੇ। ਗਲਤ ਬੋਲ ਰਹੇ ਹੈ, ਮਿਸਗਾਈਡਡ ਨੇ ਤੇ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਮੈਂ ਇੱਥੇ ਅਜੇ ਵੀ ਕਹਿ ਰਿਹਾ, ਔਨ ਰਿਕਾਰਡ ਕਹਿ ਰਿਹਾ, ਔਨ ਚੈਨਲ ਕਹਿ ਰਿਹਾ। ਤੇ ਦੂਜੀ ਗੱਲ ਪੋਲੀਟੀਕਲ ਗੱਲ ਵਿਜੇ ਜੀ ਤੁਸੀਂ ਪੁੱਛੀ, ਪੋਲੀਟੀਕਲ ਜਵਾਬ ਦਿੱਤਾ ਹੈ। ਅਕਾਲੀ ਦਲ ਨੂੰ ਇੱਕ ਵਿਅਕਤੀ ਨਹੀਂ ਰਿਵਾਈਵ ਕਰ ਸਕਦਾ। ਜਿੱਥੋਂ ਤੱਕ ਸਾਡੀ ਗੱਲ ਕੀਤੀ ਹੈ, ਸਾਡੀ ਪਾਰਟੀ ਤੋਂ ਸਿਰਫ ਉਹ ਲੀਡਰਸ ਗਏ ਜਿਨ੍ਹਾਂ ਕਰਕੇ ਕਾਂਗਰਸ ਹਾਰੀ ਸੀ। ਕਾਂਗਰਸ ਪਹਿਲਾਂ ਨਾਲੋਂ ਬੈਟਰ ਹੈ, ਸਟਰੋਂਗਰ ਹੈ ਤੇ ਜ਼ਿਆਦਾ ਵਧੀਆ ਤਰੀਕੇ ਨਾਲ ਇਮਰਜ ਕਰੂਗੀ। ਆਉਣ ਵਾਲੇ ਪਤਾ ਲੱਗ ਜੂ। ਚਲੋ ਧੰਨਵਾਦ ਖੜਿਆਲ ਸਾਹਿਬ ਔਰ ਕਲੇਰ ਸਾਹਿਬ ਦੋਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਲਈ।